ਹੈਲੋ ਗੁੱਡ ਮਾਰਨਿੰਗ ਸਟੂਡੈਂਟਸ। ਬੱਚਿਓ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਐਗਜ਼ਾਮ ਨੇੜੇ ਆ ਰਹੇ ਹਨ, ਠੀਕ ਹੈ। ਅਤੇ ਉਹਦੀਆਂ ਫਸਟ 2 ਚੈਪਟਰ ਮੈਂ ਤੁਹਾਨੂੰ ਕਾਵਿ ਕਥਾ ਸੰਵੇਦਨਾ ਅਤੇ ਮੰਚ ਮਹਿਕ ਦੇ ਫਸਟ ਚੈਪਟਰ ਦਿੱਤੇ ਹਨ। ਜੋ ਕਾਵਿ ਕਥਾ ਸੰਵੇਦਨਾ ਦਾ ਫਸਟ ਚੈਪਟਰ ਤੁਹਾਨੂੰ ਸੀਗਾ ਪੌਂਤਾ ਪਾਦੀ, ਉਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਪ੍ਰਪੇਅਰ ਕਰਵਾ ਦਿੱਤਾ ਅਤੇ ਉਹਦੀ ਫਸਟ ਅਸਾਈਨਮੈਂਟ ਵੀ ਦਿੱਤੀ ਹੈ। ਹੁਣ ਤੁਸੀਂ ਮੰਚ ਮਹਿਕ ਦੀ ਦਾ ਫਸਟ ਜੋ ਇਕਾਂਗੀ ਤੁਹਾਡੀ ਹੈਗੀ ਹੈ ਸੁਹਾਗ, ਆਪਾਂ ਉਸ ਬਾਰੇ ਪੜ੍ਹਾਂਗੇ। देखो बच्चों, सुहाग इकांगी जी हैगी ईश्वर चंद्र नंदा की द्वारा लिखी हुई है, ठीक है। ये एक पात्र है हुशियार चंद और उसकी एक पत्नी है कि कौरा, ठीक है। उसके 2 लड़कियां हैं। फस्ट मेलो हुशियार चंद की जी 17-18 साल की कुड़ी है, तो दूसरी है नाजो, ठीक है, जो कि है 6 तो 7 साल की, ठीक है। फिर देखो उन्होंने अपनी कुड़ी के विआह की बहुत ज़्यादा फिक्र होंगी है, ठीक है। वो सोचते हैं कि असी अपनी कुड़ी का विआह करना, क्योंकि पहले के समय के विच की करते सन लोग अपनी धियां का छोटी उम्र के विच ही विआह कर देंदे सन, ठीक है। हुशियार चंद जिहड़ा हैगा सीगा, ठीक है, वो एक मतलब कि थोड़ा लालची किस्म का इंसान सी। एक दिन कौरा हुशियार चंद नूं पुछदी है कि राजे ने की दस्सिया। राजा सी जो कि एक विचोला सी बच्चों, ठीक है। जंड पुणे तो उन्हें की कीता सी, एक साग भेजिया सी। ते बच्चे हुशियार चंद कौरा नूं कहंदा कि हाँ उत्थे जंड पुणे वाले रिश्ते की गल बन गई है, ठीक है। फिर हुशियार चंद दसदा कि जिहड़ा वो मुंडा आ, ठीक है, वो एक की आ दहाजू आ, ठीक है। ਉਹਦੇ ਕਹਿੰਦੇ 2 ਮੁੰਡੇ ਨੇ ਤੇ ਇੱਕ ਕੁੜੀ ਆ, ठीक ਆ। ਤੇ ਫਿਰ ਜਿਹੜੀ ਕੌਰਾ ਆ ਉਹ ਕਹਿੰਦੀ ਆ ਵੀ ਆਪਾਂ ਇੱਕ ਦਹਾਜੂ ਨਾਲ ਇੱਕ ਬੁੱਢੇ ਨਾਲ ਆਪਣੀ ਕੁੜੀ ਨੂੰ ਕਿੱਦਾਂ ਵਿਆਹ ਸਕਦੇ ਆ, ਲੋਕੀ ਗੱਲਾਂ ਕਰਨਗੇ, ਠੀਕ ਆ। ਤੇ ਫਿਰ ਜਿਹੜਾ ਹੁਸ਼ਿਆਰ ਚੰਦ ਉਹ ਕਹਿੰਦਾ ਕਿ ਸਾਡਾ ਜਿਹੜਾ ਮੁੰਡਾ ਆ ਉਹ ਕਚਹਿਰੀ ਦੇ ਵਿੱਚ ਕੀ ਨਾਜ਼ਰ ਲੱਗਿਆ ਹੋਇਆ, ਕੁਝ ਖਾਂਦਾ ਪੀਂਦਾ ਨਹੀਂ ਹੈਗਾ, ਸਾਡੀਆਂ ਜਾਤਾਂ ਵੀ ਰਲਦੀਆਂ ਹਨ। ਕਹਿੰਦਾ ਇਸ ਤਰ੍ਹਾਂ ਦਾ ਰਿਸ਼ਤਾ ਕਿਸਮਤ ਵਾਲੇ ਨੂੰ ਹੀ ਮਿਲਦਾ ਆ, ਠੀਕ ਆ। ਫਿਰ ਇੱਕ ਦਿਨ ਕਹਿੰਦੇ ਨੈਣ, ਠੀਕ ਆ, ਜੋ ਕਿ ਉਹਦੀ ਕੁੜੀ ਦੇ ਮੁੰਡਾ ਹੋਇਆ ਸੀ, ਉਹ ਲੱਡੂ ਫੇਰਦੀ ਕੀ ਆ ਕੌਰਾਂ ਦੇ ਘਰ ਆਉਂਦੀ ਆ। ਉਹਨੂੰ ਦੱਸਦੀ ਆ ਕਿ ਜਿਹੜੇ ਮੇਰੇ ਪੇਕੇ ਨੇ ਉਹ ਜੰਡ ਪੁਣੇ ਦੇ ਨਾਲ ਦੇ ਪਿੰਡ ਦੇ ਹੀ ਹਨ। ਕਹਿੰਦੇ ਜਿਹੜਾ ਉਹ ਮੁੰਡਾ ਆ ਇੱਕ ਦਹਾਜੂ ਆ, ਉਹਦੇ ਬਾਲ ਬੱਚੇ ਵੀ ਕਾਫੀ ਵੱਡੇ ਹਨ, ਠੀਕ ਹੈ। ਕਹਿੰਦੇ ਉਹਦੇ ਆਪਣੇ ਪੁੱਤਰਾਂ ਨਾਲ ਜ਼ਮੀਨ ਜਾਇਦਾਦ ਦੀ ਲੜਾਈ ਕੀ ਹੈ ਚੱਲ ਰਹੀ ਹੈ, ਇਸ ਕਰਕੇ ਕਹਿੰਦੇ ਉਹ ਕੀ ਕਰਨਾ ਚਾਹੁੰਦਾ ਹੈ, ਦੂਸਰਾ ਵਿਆਹ ਕਰਨਾ ਚਾਹੁੰਦਾ ਤਾਂ ਜੋ ਉਸਦੀ ਜਾਇਦਾਦ ਉਸਦੇ ਮੁੰਡਿਆਂ ਦੇ ਨਾਮ ਛੇਤੀ ਨਾ ਹੋਵੇ, ਠੀਕ ਹੈ। ਜਿਹੜਾ ਹੁਸ਼ਿਆਰ ਚੰਦ ਨੂੰ ਕੌਰਾ ਫਿਰ ਕਹਿੰਦੀ ਆ ਵੀ ਨਹੀਂ ਆਪਾਂ ਵਿਆਹ ਨਹੀਂ ਕਰਨਾ, ਲੋਕੀ ਕੀ ਗੱਲਾਂ ਕਰਨਗੇ। ਤਾਂ ਜਿਹੜੀ ਕੌਰਾ ਆ ਫਿਰ ਹੁਸ਼ਿਆਰ ਚੰਦ ਆਪਣੀ ਪਤਨੀ ਕੌਰਾ ਨੂੰ ਕਹਿੰਦਾ ਕਿ ਅੱਜ ਰਾਤ ਹੀ ਲਾਵਾਂ ਹੋਣਗੀਆਂ, ਠੀਕ ਆ। ਉਹ ਕੀ ਕਰਦਾ ਹੈ, ਉਸਨੂੰ ਲਾਲਚ ਦੇਣ ਲਈ ਅੰਦਰੋਂ ਇੱਕ ਥੈਲੀ ਰੁਪਈਆਂ ਦੀ ਚੱਕ ਕੇ ਲੈ ਕੇ ਆਉਂਦਾ ਆ, ਠੀਕ ਆ। ਅਤੇ ਫਿਰ ਜਿਹੜਾ ਹੁਸ਼ਿਆਰ ਚੰਦ ਆ ਹੈ ਨਾ, ਘਰ ਦੀ ਗਰੀਬੀ ਅਤੇ ਕਰਜ਼ੇ ਬਾਰੇ ਗੱਲਾਂ ਕਰਦਾ ਹੋਇਆ ਉਸਨੂੰ ਕੀ ਕਰਦਾ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦਾ ਆ। ਬੱਚੇ ਜਦੋਂ ਦੋਨਾਂ ਦੀ ਵਾਰਤਾਲਾਪ ਚੱਲ ਰਹੀ ਹੁੰਦੀ ਆ ਤਾਂ ਇੰਨੇ ਨੂੰ ਕੀ ਕਰਦੀ ਆ, ਉਹਦੀ ਜਿਹੜੀ ਕੁੜੀ ਹੈ ਉਹਦੀ ਸਹੇਲੀ ਬਸੰਤੋ ਆ ਜਾਂਦੀ ਆ ਅਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਅਤੇ ਉਹਨੂੰ ਕਹਿੰਦੀ ਆ ਕਿ ਤੂੰ ਮਾਸੀ ਦੇ ਪਿੰਡ ਨੱਠ ਜਾ, ਤੇਰਾ ਤਾਂ ਕਿਸੇ ਦਹਾਜੂ ਨਾਲ ਵਿਆਹ ਹੋਣ ਜਾ ਰਿਹਾ ਹੈ। ਲੇਕਿਨ ਉਹ ਜਿਹੜੀ ਹੈਗੀ ਕੁੜੀ ਉਹਦੀਆਂ ਗੱਲਾਂ ਨਹੀਂ ਮੰਨਦੀ, ਠੀਕ ਹੈ। ਅੰਤ ਉਹ ਕੀ ਕਰਦੀ ਆਪਣੀ ਮਾਸੀ ਦੇ ਘਰ ਭੱਜਣ ਲਈ ਤਿਆਰ ਹੋ ਜਾਂਦੀ ਹੈ, ਠੀਕ ਹੈ। ਅਤੇ ਵਿਆਹ ਦਾ ਟਾਈਮ ਸੀ, ਰਾਤ ਨੂੰ ਸਾਰੇ ਕੀ ਕਰਦੇ ਹਨ, ਮੇਲੋ ਜਿਸ ਦਾ ਵਿਆਹ ਉਸਨੂੰ ਲੱਭਦੇ ਹਨ ਮੇਲੋ, ਪਰੰਤੂ ਆਪਣੀ ਮਾਸੀ ਦੇ ਘਰ ਕੀ ਹੈ ਭੱਜ ਜਾਂਦੀ ਹੈ। ਅਤੇ ਉਹ ਫਿਰ ਕੀ ਕਰਦੇ ਹਨ, ਜਿਹੜੀ ਉਹਦੀ ਛੋਟੀ ਭੈਣ ਹੁੰਦੀ ਆ ਗੁੱਡੀਆਂ ਪਟੋਲਿਆਂ ਨਾਲ ਖੇਡਦੀ, ਉਹਨੂੰ ਚੱਕ ਕੀ ਕਰਦੇ ਹਨ ਲਾਵਾਂ 'ਤੇ ਬਿਠਾ ਦਿੰਦੇ ਹਨ। ਇਸ ਤਰ੍ਹਾਂ ਹੁਸ਼ਿਆਰ ਚੰਦ ਆਪਣੀ ਮਾਨਾਈ ਕਰਦਾ ਹੈ ਕਿਉਂਕਿ ਉਹ ਇੱਕ ਲਾਲਚੀ ਕਿਸਮ ਦਾ ਇਨਸਾਨ ਹੈ, ਗਰੀਬੀ ਦਾ ਮਾਰਿਆ ਹੋਇਆ ਹੈ। ਕੌਰਾ ਕੀ ਕਰਦੀ ਹੈ, ਉਸ ਅੱਗੇ ਮਿੰਨਤਾਂ ਤਰਲੇ ਕਰਦੀ ਹੈ ਅਤੇ ਕੌਰਾ ਉਸ ਦਾ ਵਿਰੋਧ ਵੀ ਕਰਦੀ, ਉਸਨੂੰ ਭਲਾ ਬੁਰਾ ਵੀ ਬੋਲਦੀ ਹੈ, ਪਰ ਕੀ ਹੈ ਕਹਿੰਦੀ ਉਸ ਟਾਈਮ ਇਹ ਸਭ ਕੁਝ ਵਿਅਰਥ ਹੋ ਜਾਂਦਾ ਹੈ। ਬੱਚੋ ਇਸ ਲੈਸਨ ਦੀ ਮੈਂ ਤੁਹਾਨੂੰ ਅਸਾਈਨਮੈਂਟ ਤਿਆਰ ਕੀਤੀ ਹੈ ਅਤੇ ਆਪਾਂ ਹੁਣ ਇਹਦੇ ਕੁਐਸਚਨ ਆਨਸਰ ਵੀ ਕਰਨੇ ਹਨ। ਦੇਖੋ ਫਸਟ ਹੈ ਹੁਸ਼ਿਆਰ ਚੰਦ ਦੇ ਮੁੰਡੇ ਤੇ ਇੱਕ ਕੁੜੀ ਕੌਰਾ। ਇਹ ਤਾਂ ਕੁਝ ਨਾ ਹੋਇਆ, ਲੋਕੀ ਕੀ ਕਹਿਣਗੇ ਭਈ ਸਾਨੂੰ ਕੋਈ ਕੁਵਾਰਾ ਨਹੀਂ ਸੀ ਮਿਲਦਾ ਜੋ ਦਹਾਜੂ ਤੇ ਲੜ ਲਾ ਗਈ। ਹੁਸ਼ਿਆਰ ਚੰਦ ਅਤੇ ਕੌਰਾਂ ਦੀ ਉਪਰੋਕਤ ਵਾਰਤਾਲਾਪ ਕਿਸ ਸੰਦਰਭ ਵਿੱਚ ਹੋਈ ਹੈ, ਭਾਵ ਕਿਸ ਬਾਰੇ ਹੋਈ ਹੈ। ਹੁਸ਼ਿਆਰ ਚੰਦ ਅਤੇ ਕੌਰਾਂ ਦੀ ਉਪਰੋਕਤ ਵਾਰਤਾਲਾਪ ਵੱਡੀ ਧੀ ਮੇਲੋ ਦੇ ਵਿਆਹ ਬਾਰੇ ਹੋ ਰਹੀ ਹੈ, ਜਿਸ ਲਈ ਇੱਕ ਵੱਡੀ ਉਮਰ ਦਾ ਦਹਾਜੂ ਜਿਸ ਦੇ 2 ਮੁੰਡੇ ਅਤੇ ਇੱਕ ਕੁੜੀ ਵੀ ਹਨ, ਮੇਲੋ ਦਾ ਵਿਆਹ ਉਸ ਨਾਲ ਕੀ ਕਰਨ ਬਾਰੇ ਘਰ ਦੇ ਸੋਚ ਰਹੇ ਹਨ। ਜੋ ਕਿ ਹੁਸ਼ਿਆਰ ਚੰਦ ਲਾਲਚੀ ਹੈ, ਉਹ ਕੀ ਕਰਦਾ ਹੈ ਆਪਣੀ ਧੀ ਦਾ ਵਿਆਹ ਉਸ ਦਹਾਜੂ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ। ਸੁਹਾਗ ਇਕਾਂਗੀ ਦੇ ਪਾਤਰਾਂ ਦੇ ਨਾਮ ਦੱਸੋ। ਸੁਹਾਗ ਇਕਾਂਗੀ ਦੇ ਪਾਤਰ ਹਨ ਲਾਜੋ, ਮੇਲੋ, ਹੁਸ਼ਿਆਰ ਚੰਦ, ਕੌਰਾਂ, ਬਸੰਤੋ, ਇੱਕ ਬੁੱਢੀ ਜਨਾਨੀ, ਇੱਕ ਨੈਣ, ਇੱਕ ਨਿੱਕਾ ਜਿਹਾ ਮੁੰਡਾ ਅਤੇ ਇੱਕ ਪਾਦਾ।
ਹੁਸ਼ਿਆਰਚੰਦ ਕੌਰਾਂ ਨੂੰ ਜੰਡਪੁਣੇ ਵਾਲੇ ਸਾਕ ਬਾਰੇ ਕੀ ਦੱਸਦਾ ਹੈ? ਹੁਸ਼ਿਆਰਚੰਦ ਦੱਸਦਾ ਹੈ ਕਿ ਮੁੰਡਾ ਆਪ ਜ਼ਿਲ੍ਹਾ ਕਚਹਿਰੀ ਵਿੱਚ ਕੀ ਹੈ, ਨਾਜ਼ਰ ਹੈ, ਭਾਵ ਇੱਕ ਸਰਕਾਰੀ ਅਫਸਰ ਹੈ। ਘਰ ਦੀਆਂ ਜ਼ਮੀਨਾਂ, ਖੂਹ, ਬਾਗ, ਜਾਇਦਾਦ ਉਸਦੇ ਆਪਣੇ ਹਨ। ਸਾਡੀਆਂ ਜਾਤਾਂ ਵੀ ਕਹਿੰਦੇ ਮਿਲਦੀਆਂ ਹਨ। ਉਸ ਦੇ 2 ਮੁੰਡੇ ਤੇ 1 ਧੀ ਹੈ। ਠੀਕ ਹੈ, ਹੁਸ਼ਿਆਰਚੰਦ ਆਪਣੀ ਪਤਨੀ ਕੌਰਾਂ ਨੂੰ ਕੀ ਹੈ, ਜੰਡਪੁਣੇ ਬਾਰੇ, ਉਸ ਮੁੰਡੇ ਤੇ ਉਸਦੇ ਕਾਰੋਬਾਰ ਬਾਰੇ ਇਹ ਸਾਰੀਆਂ ਗੱਲਾਂ ਕੀ ਕਰਦਾ ਹੈ, ਉਸਨੂੰ ਦੱਸਦਾ ਹੈ। ਨੈਕਸਟ ਹੈ ਸੁਹਾਗ ਇਕਾਂਗੀ ਵਿੱਚ ਔਰਤ ਦੀ ਜ਼ਿੰਦਗੀ ਦਾ ਕਿਹੋ ਜਿਹਾ ਚਿੱਤਰਣ ਪੇਸ਼ ਹੁੰਦਾ, ਭਾਵ ਕਿਹੋ ਜਿਹੀ ਦਸ਼ਾ ਹੁੰਦੀ ਹੈ ਔਰਤਾਂ ਦੀ, ਉਸ ਬਾਰੇ ਆਪਾਂ ਦੱਸਣਾ ਆ। ਇਸ ਇਕਾਂਗੀ ਵਿੱਚ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਲੋਕੀ ਆਪਣੀ ਧੀਆਂ ਨੂੰ ਛੋਟੀ ਉਮਰ ਵਿੱਚ ਵਿਆਹ ਦਿੰਦੇ ਹਨ। ਗਰੀਬੀ ਅਤੇ ਕਰਜ਼ੇ ਹੇਠਾਂ ਦੱਬੇ ਹੋਣ ਕਾਰਨ ਮੇਲੋ ਵਰਗੀ ਧੂ ਨੂੰ ਇੱਕ ਦਹਾਜੂ ਨਾਲ ਤੋੜ ਦਿੰਦੇ ਹਨ। ਪੈਸੇ ਦੇ ਲਾਲਚ ਕਾਰਨ ਅਣਜੋੜ ਵਿਆਹ ਲਈ ਮਾਪੇ ਮੰਨ ਜਾਂਦੇ ਹਨ, ਭਾਵ ਗਰੀਬੀ ਦੇ ਹੇਠਾਂ ਆ ਕੇ ਲੋਕੀ, ਕਈ ਜਿਹੜੇ ਗਰੀਬ ਮਾਂ ਪਿਓ ਹੁੰਦੇ ਨੇ, ਮਜਬੂਰੀ ਕਰਕੇ ਆਪਣੀ ਧੀ ਨੂੰ ਕਿਸੇ ਬੁੱਢੇ ਨਾਲ ਜਾਂ ਪੈਸਿਆਂ ਦੀ ਖਾਤਰ ਕੀ ਕਰਦੇ ਹਨ, ਤੋੜ ਦਿੰਦੇ ਹਨ। ਬਸੰਤੋਂ ਹਮਦਰਦੀ ਨਾਲ ਮੇਲੋ ਨੂੰ ਬਾਂਹ ਪਾ ਕੇ, ਨਾ ਮੇਰੀ ਭੈਣ ਐਦਾਂ ਨਹੀਂ ਰੋਈਦਾ, ਚੁੱਪ ਮੇਲੋ, ਰੋਂਦੀ ਹੋਈ, ਮੈਨੂੰ ਛੱਡ ਦੇ, ਮੈਨੂੰ ਕੱਲੀ ਰਹਿਣ ਦੇ। ਬਸੰਤੋਂ ਧੀਰਜ ਕਰ ਮੇਲੋ, ਤੈਨੂੰ ਮੈਂ ਦੱਸਾਂ। ਮੇਲੋ, ਫਸਟ ਕੁਐਸਚਨ ਹੈ, ਮੇਲੋ ਕਿਉਂ ਰੋ ਰਹੀ ਸੀ? ਬਸੰਤੋਂ ਮੇਲੋ ਨੂੰ ਦੱਸਦੀ ਹੈ ਕਿ ਜਿਸ ਨਾਲ ਉਸ ਦਾ ਵਿਆਹ ਹੋ ਰਿਹਾ ਹੈ ਉਹ ਦਿਹਾਜੂ ਹੈ, ਪੁੱਤਾਂ ਪੋਤਰਿਆਂ ਵਾਲਾ ਹੈ। ਹਜੇ ਪਿਛਲੇ ਸਾਲ ਉਹਦੀ ਵੱਡੀ ਧੀ ਦਾ ਵਿਆਹ ਹੋਇਆ। ਕਿਉਂ ਰੋ ਰਹੀ ਹੈ? ਕਿਉਂਕਿ ਜਦ ਉਸਨੂੰ ਅਚਾਨਕ ਪਤਾ ਲੱਗਦਾ ਹੈ ਕਿ ਉਸ ਦਾ ਵਿਆਹ ਇੱਕ ਬੁੱਢੇ ਨਾਲ ਹੋਣ ਜਾ ਰਿਹਾ ਹੈ ਤਾਂ ਉਹ ਬਹੁਤ ਜ਼ਿਆਦਾ ਕੀ ਹੈ, ਦੁਖੀ ਹੁੰਦੀ ਹੈ। ਇਸ ਲਈ ਉਹ ਰੋਣ ਅਤੇ ਮਰਨ ਦੀਆਂ ਗੱਲਾਂ ਕਰਨ ਲੱਗਦੀ ਹੈ। ਬਸੰਤੋਂ ਦਾ ਚਿੱਤਰਨ ਕਰੋ। ਬਸੰਤੋਂ ਮੇਲੋ ਦੀ ਕੀ ਹੈ, ਸਹੇਲੀ ਹੈ, ਉਸ ਦੀ ਹਮਦਰਦ ਹੈ। ਉਹ ਮੇਲੋ ਨੂੰ ਘਰ ਭੱਜ ਜਾਣ ਤੇ ਆਪਣੀ ਮਾਸੀ ਦੇ ਘਰ ਜਾਣ ਲਈ ਕਹਿੰਦੀ ਹੈ। ਉਹ ਆਪਣੀ ਸਹੇਲੀ ਦਾ ਕਿਸੇ ਦਹਾਜੂ ਬੁੱਢੇ ਨਾਲ ਵਿਆਹ ਨਹੀਂ ਹੋਣ ਦੇਣਾ ਚਾਹੁੰਦੀ, ਕਿਉਂਕਿ ਉਹ ਬਸੰਤੋਂ ਦੀ ਸਹੇਲੀ ਸੀ। ਠੀਕ ਹੈ, ਬਸੰਤੋਂ ਮੇਲੋ ਦੀ ਸਹੇਲੀ ਸੀ, ਉਹਦੀ ਹਮਦਰਦ ਸੀ, ਇਸ ਲਈ ਉਹ ਚਾਹੁੰਦੀ ਸੀ ਕਿ ਉਸ ਦਾ ਵਿਆਹ ਕਿਸੇ ਬੁੱਢੇ ਨਾਲ ਨਾ ਹੋਵੇ, ਬਲਕਿ ਕਿਸੇ ਚੰਗੇ ਇਨਸਾਨ ਮੁੰਡੇ ਨਾਲ ਹੋਵੇ। ਬਸ ਹੁਸ਼ਿਆਰਚੰਦ ਬਾਰੇ ਤੁਸੀਂ ਕੀ ਜਾਣਦੇ ਹੋ, ਜੋ ਇਸ ਕਹਾਣੀ ਦਾ ਮੁੱਖ ਪਾਤਰ ਹੈ? ਠੀਕ ਹੈ, ਹੁਸ਼ਿਆਰਚੰਦ ਸੁਹਾਗ ਇਕਾਂਗੀ ਦਾ ਮੁੱਖ ਪਾਤਰ ਹੈ। ਉਹ ਪੈਸੇ ਦਾ ਲਾਲਚੀ ਅਤੇ ਇੱਕ ਖੁਦਗਰਜ਼ ਇਨਸਾਨ ਹੈ। ਉਹ ਆਪਣੀ ਧੀ ਦਾ ਵਿਆਹ ਇੱਕ ਵੱਡੀ ਉਮਰ ਦੇ ਦਹਾਜੂ ਨਾਲ ਕਰਨਾ ਚਾਹੁੰਦਾ ਹੈ। ਉਹ ਗਰੀਬੀ ਤੇ ਪੈਸਿਆਂ ਦੇ ਲਾਲਚ ਕਰਕੇ ਆਪਣੀ ਛੋਟੀ ਧੀ ਨੂੰ ਵੱਡੀ ਉਮਰ ਦੇ ਲੜਕੇ ਨਾਲ ਕੀ ਕਰਦਾ ਹੈ, ਵਿਆਹ ਦਿੰਦਾ ਹੈ। ਠੀਕ ਹੈ, ਇੱਕ ਲਾਲਚੀ ਕਿਸਮ ਦਾ ਇਨਸਾਨ ਹੁੰਦਾ ਆ। ਉਹ ਪੈਸਿਆਂ ਖਾਤਰ ਕੀ ਕਰਦਾ, ਆਪਣੀ ਕੁੜੀ ਦਾ ਵਿਆਹ ਕਿਸੇ ਦਹਾਜੂ ਨਾਲ, ਕਿਸੇ ਬੁੱਢੇ ਨਾਲ, ਪੁੱਤਾਂ ਪੋਤਰਿਆਂ ਵਾਲਿਆਂ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ। ਜਦੋਂ ਉਸਦੀ ਵੱਡੀ ਧੀ ਘਰੋਂ ਭੱਜ ਜਾਂਦੀ ਹੈ, ਮਾਸੀ ਦੇ ਘਰ ਤੋਂ ਕੀ ਕਰਦਾ ਹੈ, ਉਹ ਟਾਈਮ ਟਪਾਉਣ ਲਈ ਆਪਣੀ ਛੋਟੀ ਧੀ ਦਾ ਵਿਆਹ ਉਸਦੇ ਨਾਲ ਕਰ ਦਿੰਦਾ ਹੈ। ਦੇਖੋ ਬੱਚਿਓ, ਕਦੇ ਵੀ ਇਨਸਾਨ ਨੂੰ ਕਦੇ ਲਾਲਚ ਨਹੀਂ ਕਰਨਾ ਚਾਹੀਦਾ। ਆਪਣੀਆਂ ਧੀਆਂ ਨਾਲ ਇੱਦਾਂ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੀਦਾ ਹੈ ਅਤੇ ਮੁੰਡਿਆਂ ਦੇ ਬਰਾਬਰ ਖੜੇ ਕਰਨਾ ਚਾਹੀਦਾ ਹੈ। ਮਾਂ ਬਾਪ ਨੂੰ ਆਪਣੇ ਬੱਚਿਆਂ ਨਾਲ ਇੱਕ ਫਰੈਂਡ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ। ਠੀਕ ਹੈ, ਬੱਚਿਆਂ ਦਾ ਵੀ ਫਰਜ਼ ਬਣਦਾ ਕਿ ਆਪਣੇ ਮਾਂ ਬਾਪ ਨੂੰ ਅਸੀਂ ਚੰਗਾ ਮਾਣ ਸਤਿਕਾਰ ਦਈਏ ਅਤੇ ਚੰਗੇ ਕੰਮ ਕਰਕੇ ਉਹਨਾਂ ਦਾ ਆਦਰ ਕਰੀਏ। ਬੱਚੇ, ਹੁਣ ਜਿਹੜੇ ਕੁਐਸਚਨ ਤੁਹਾਨੂੰ ਮੈਂ ਕਰਾਏ ਨੇ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰਪੇਅਰ ਕਰਨਾ। ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਪੇਪਰ ਲਈ ਆਉਣਗੇ। ਹੋ ਸਕਦਾ ਇਸ ਜੋ ਚੈਪਟਰ ਹੈ ਇਹਦੇ ਕੁਝ ਕੁਐਸਚਨ ਮੈਂ ਇਸ ਲੈਸਨ ਦੇ ਵਿੱਚੋਂ ਆਪਣੇ ਕੋਲ ਵੀ ਬਣਾ ਕੇ ਪਾ ਸਕਦੀ ਹਾਂ। ਤੁਸੀਂ ਇਸ ਲੈਸਨ ਨੂੰ ਅਤੇ ਇਹ ਅਸਾਈਨਮੈਂਟ ਨੂੰ ਚੰਗੀ ਤਰ੍ਹਾਂ ਲਰਨ ਕਰਨਾ। ਜੋ ਇਹਦੇ ਕੁਝ ਕੁਐਸਚਨ ਰਹਿ ਗਏ ਹਨ ਉਹ ਮੈਂ ਤੁਹਾਨੂੰ ਨੈਕਸਟ ਜੋ ਤੁਹਾਡੀ ਲਾਸਟ ਅਸਾਈਨਮੈਂਟ ਆ ਉਹਦੇ ਵਿੱਚ ਕੰਪਲੀਟ ਕਰਵਾ ਦਾਂਗੀ। ਮੈਨੂੰ ਉਮੀਦ ਆ ਕਿ ਤੁਸੀਂ ਚੰਗੇ ਨੰਬਰ ਲੈ ਕੇ ਪੇਪਰਾਂ ਦੇ ਵਿੱਚੋਂ ਪਾਸ ਹੋਗੇ। ਥੈਂਕਸ, ਹੈਵ ਅ ਨਾਈਸ ਡੇ।